ਮੱਥਾ ਟੇਕ ਕੇ ਲਾਚੀ ਬੇਰੀ ਤੋਂ ਅਸੀਂ ਅਕਾਲ ਤਖਤ ਸਾਹਿਬ ਨੂੰ ਜਾਣ ਲੱਗੇ। ਜਿਵੇਂ ਗੜੇ ਪੈਂਦੇ ਨੇ ਇਸ ਪ੍ਰਕਾਰ ਗੋਲੀਆਂ ਦਾ ਮੀਂਹ ਵਰਨ ਲੱਗਾ। ਮੈਂ ਅਕਾਲ ਤਖਤ ਸਾਹਿਬ ਜਿੱਥੇ ਅਸੀਂ ਮੱਥਾ ਟੇਕਦੇ ਉੱਥੇ ਅੰਦਰ ਗਿਆ। ਭਾਈ ਸੁਜਾਨ ਸਿੰਘ ਮਹਾਂਪੁਰਸ਼ਾਂ ਦੇ ਨਾਲ ਫਿਰੋਜ਼ਪੁਰ ਜੇਲ੍ਹ ਵਿੱਚ ਵੀ ਗਏ ਸਨ। ਉਹਨਾਂ ਦੇ ਅੱਗੇ ਗੋਲੀਆਂ ਦਾ ਢੇਰ ਲੱਗਾ ਸੀ ਜਿਵੇਂ ਦਾਣੇ ਪਏ ਹੁੰਦੇ ਨੇ। ਉਹ ਮੈਨੂੰ ਕਹਿਣ ਲੱਗੇ ਥੋੜੀ ਜਿਹੀ ਸੇਵਾ ਤੂੰ ਵੀ ਕਰ। ਆ 300 ਗੋਲੀ ਤੇ 3 ਹਥਿਆਰ ਜਿਹੜੇ ਤੇਰੇ ਕਮਰੇ ਵਿੱਚ ਸਿੰਘ ਨੇ ਨਾ ਉਹਨਾਂ ਨੂੰ ਦੇ ਦੇ, ਉਹਨਾਂ ਨੂੰ ਚਾਹੀਦੇ ਨੇ। ਜਿਹੜੇ ਫੌਜੀ ਅਰਦਾਸ ਕਰਕੇ ਹਜ਼ੂਰ ਸਾਹਿਬ ਤੋਂ ਆਏ ਸਨ ਉਹ ਉੱਥੇ ਰਹਿੰਦੇ ਸਨ। ਆਮ ਕਰਕੇ ਹੋ ਰਹੇ ਸੰਕਟ ਦੇ ਸਮੇਂ ਬੰਦਾ ਘਬਰਾ ਜਾਂਦਾ, ਲੇਕਿਨ ਜਨਰਲ ਸ਼ਵੇਕ ਸਿੰਘ ਦੇ ਮੱਥੇ ਦੇ ਉੱਪਰ ਰੰਚਕ ਮਾਤਮੀ ਮੌਤ ਦਾ ਭੈ ਰਹੀ ਸੀ। ਤੇ ਜਿਹਨੂੰ ਮੈਂ ਆਮ ਬੋਲੀ 'ਚ ਕਹਾਂਗਾ ਜਿਵੇਂ ਵਿਆਹ ਵਾਲੇ ਘਰ ਵਿਆਹ ਵਾਲੇ ਕਾਕੇ ਦੀ ਮਾਂ ਫਿਰਦੀ ਨੇ ਖੁਸ਼ੀ 'ਚ, ਇਸ ਤਰ੍ਹਾਂ ਉਹ ਫਿਰ ਰਹੇ ਸਨ। ਤੁਸੀਂ ਕਿਹੜੇ ਦਿਨ ਪਹੁੰਚਦੇ ਹੋਗੇ 1 ਤੋਂ 6 ਜੂਨ ਦੇ ਵਿਚਕਾਰ? 3 ਤਰੀਕ ਨੂੰ ਅਸੀਂ ਸੰਗਰੂਰ ਵਾਲੇ ਇਲਾਕੇ 'ਚ ਅੰਮ੍ਰਿਤ ਸੰਚਾਰ ਕਰਨ ਜਾਣਾ ਸੀ। ਮੇਰੇ ਸਾਥੀ ਦੀ ਖੱਬੀ ਪੁਰਪੜੀ ਦੇ ਉੱਪਰ ਗੋਲੀ ਵੱਜੀ। ਉਹ ਇੱਕਦਮ ਧਰਮ ਕਰਕੇ ਥੱਲੇ ਡਿੱਗ ਪਿਆ। ਮੈਂ ਘਬਰਾ ਗਿਆ। ਉਸ ਟੂਟੀਆਂ ਦੇ ਸਾਹਮਣੇ ਖਲੋ ਕੇ ਮੈਂ ਆਪਣੀ ਅੱਖਾਂ ਦੇ ਨਾਲ 2 ਮੌਤਾਂ ਹੋਰ ਵੇਖੀਆਂ। ਉਸ ਗੁਰੂ ਕੇ ਲਾਲ ਨੂੰ ਮੋਢੇ ਤੇ ਬੱਚਾ ਚੁੱਕਿਆ, ਗੋਲੀ ਵੱਜੀ। ਉਹ ਦੋਵੇਂ ਦੇ ਦੋਵੇਂ ਪਿਤਾ ਤੇ ਪੁੱਤਰ ਸ਼ਹੀਦ ਹੋ ਗਏ। 37 ਸਾਲ ਹੋ ਗਏ ਉਸ ਗੱਲ ਨੂੰ। ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ? 37 ਸਾਲਾਂ ਬਾਅਦ ਸਿੱਖਾਂ ਦੇ ਇੱਕ ਮੁਕੱਦਸ ਥਾਂ ਦੇ ਉੱਤੇ ਅਟੈਕ ਹੁੰਦਾ, ਕੌਣ ਜ਼ਿੰਮੇਵਾਰ ਸੀ? ਕੁਝ ਲੋਕ ਕਹਿੰਦੇ ਆ ਕਿ ਸੰਤਾਂ ਨੂੰ ਬਾਹਰ ਆ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕਿਰਾਏ ਰੱਖਦੇ ਨੇ। ਕਹਿੰਦੇ ਉੱਥੇ ਗੱਲ ਵੀ ਹੋਈ ਸੀ, 5 ਪਿਆਰੇ ਉਹਨਾਂ ਨੂੰ ਹੁਕਮ ਵੀ ਦੇਣਾ ਚਾਹੁੰਦੇ ਸੀ, ਪਰ ਉਹਨਾਂ ਨੇ ਪਹਿਲਾਂ ਹੀ ਰੋਕਤਾ ਕਿ ਨਹੀਂ, ਮੈਨੂੰ ਇਸ ਤਰ੍ਹਾਂ ਦਾ ਹੁਕਮ ਨਾ ਦਿਓ। ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਨੇ ਇਸ ਹਰਿਮੰਦਰ ਸਾਹਿਬ ਵਿੱਚ ਆਣ ਕੇ ਸੀਸ ਭੇਟ ਕੀਤਾ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ, ਉਦੋਂ ਉਹ ਬਾਬਾ ਗੁਰਬਖਸ਼ ਸਿੰਘ ਦਮਦਮੀ ਟਕਸਾਲ ਦੇ ਦੂਜੇ ਜਥੇਦਾਰ ਜੇ ਉਥੇ ਅਕਾਲ ਤਖਤ ਸ਼ਹੀਦ ਹੁੰਦੇ ਨੇ ਤੇ ਬਾਬਾ ਜਰਨੈਲ ਸਿੰਘ ਕੀ ਗਲਤ ਕਰ ਰਹੇ ਨੇ? ਜਿਹੜੇ ਹੱਥ ਖੜੇ ਕਰਕੇ ਨਿਕਲ ਗਏ ਨਾ ਸਾਡੇ ਉਸ ਮੌਕੇ ਲੀਡਰ, ਉਹਨਾਂ ਦੇ ਕਰਕੇ ਸ਼ਾਇਦ ਸਰਕਾਰ ਇੰਨੀ ਵਧੀ, ਨਹੀਂ ਤੇ ਸ਼ਾਇਦ ਹੋ ਸਕਦਾ। ਮੈਂ ਲਫ਼ਜ਼ ਸ਼ਾਇਦ ਕਿਹਾ, ਇਸ ਕਰਕੇ ਉਹਨਾਂ ਨੇ ਸਾਡਾ ਵੀਕ ਪੁਆਇੰਟ ਵੇਖਿਆ ਤੇ ਸਾਨੂੰ ਉਹਨਾਂ ਨੇ ਜਲੀਲ ਕੀਤਾ ਤੇ ਜਲੀਲ ਕਰ ਦਿੱਤਾ। ਕੌਣ ਸੀ ਹੱਥ ਖੜੇ ਕਰਨ? ਲੌਂਗੋਵਾਲ ਸਾਹਿਬ, ਮੈਂ ਡਿਸਕਸ ਕਰਦਾ ਨਹੀਂ, ਉਹ ਖੜੇ ਕਰਕੇ ਨਿਕਲੇ ਜਿਹੜੇ ਵੀ ਸਨ। ਟੋੜਾ ਸਾਹਿਬ ਨੂੰ ਕਹਿ ਲਓ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। 84 ਦੇ ਚਸ਼ਮਦੀਦਾਂ ਨਾਲ ਲਗਾਤਾਰ ਸਾਡੀ ਗੱਲਬਾਤ ਹੋ ਰਹੀ ਹੈ। ਅੱਜ ਅਸੀਂ ਪਹੁੰਚੇ ਹਾਂ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲਿਆਂ ਕੋਲੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਦੇਖਿਆ ਉਹਨਾਂ ਨੇ 3 ਜੂਨ ਨੂੰ, ਕੀ ਹੋਇਆ ਸੀ ਦਰਬਾਰ ਸਾਹਿਬ 'ਚ, ਔਰ ਇਹਨਾਂ ਦਾ ਕਨੈਕਸ਼ਨ ਟਕਸਾਲ ਨਾਲ ਵੀ ਹੈ ਤੇ ਇਹਨਾਂ ਦਾ ਕਨੈਕਸ਼ਨ ਸੰਤ ਭਿੰਡਰਾਂ ਵਾਲਿਆਂ ਨਾਲ ਵੀ ਬੜਾ ਪਰਸਨਲ ਸੀ। ਗੱਲਬਾਤ ਉਹਨਾਂ ਨਾਲ ਸ਼ੁਰੂ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਖਾਲਸਾ ਫਤਿਹ ਜੀ। ਮੈਂ ਸਭ ਤੋਂ ਪਹਿਲਾਂ ਇਹੀ ਪੁੱਛੂੰਗਾ ਗਿਆਨੀ ਜੀ, ਤੁਸੀਂ ਕਿਵੇਂ ਉੱਥੇ ਪਹੁੰਚੇ? ਕੀ ਤੁਹਾਡਾ ਕਨੈਕਸ਼ਨ ਸੀਗਾ ਸੰਤਾਂ ਦੇ ਨਾਲ, ਔਰ ਤੁਸੀਂ ਕਿਹੜੇ ਦਿਨ ਪਹੁੰਚਦੇ ਹੋਗੇ 1 ਤੋਂ 6 ਜੂਨ ਦੇ ਵਿਚਕਾਰ? ਮੈਂ ਸੰਤ ਬਾਬਾ ਕਰਤਾਰ ਸਿੰਘ ਜਿਹੜੇ ਦਮਦਮੀ ਟਕਸਾਲ ਦੇ 13 ਮੁਖੀ ਹੋਏ ਨੇ, ਉਹਨਾਂ ਨੇ ਮੇਰੇ ਪਰਿਵਾਰਕ ਸੰਬੰਧ ਨੇ, ਉਹ ਮੇਰੇ ਚਾਚਾ ਜੀ ਸਨ। ਉਹਨਾਂ ਦੇ ਕੋਲੋਂ ਮੈਂ ਵਿਦਿਆ ਲੈਣ ਲਈ ਗਿਆ ਔਰ ਮੈਂ ਜਿੱਥੇ ਵੀ ਸ਼ਾਮਲ ਹੋ ਗਿਆ। ਇੱਥੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੇ ਮੋਰਚਾ ਲਾਇਆ, ਭਾਈ ਅਮਰੀਕ ਸਿੰਘ ਨੂੰ ਅਰੈਸਟ ਕੀਤਾ ਗਿਆ, ਉਦੋਂ ਧਰਮਯੁੱਧ ਮੋਰਚਾ ਵੀ ਚੱਲਦਾ ਸੀ ਔਰ ਮੁੜ ਕੇ ਧਰਮਯੁੱਧ ਮੋਰਚਾ ਇਕੱਠਾ ਹੋ ਗਿਆ ਸਾਰਾ। ਮੈਂ ਲੁਧਿਆਣਾ ਜੇਲ੍ਹ ਵਿੱਚ ਵੀ 3.25 ਮਹੀਨੇ ਰਿਹਾ। ਉਪਰੋਕਤ ਮੈਨੂੰ ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਵੀ ਤੂੰ ਸਾਡੇ ਕੋਲ ਇੱਥੇ ਟੇਕ। ਉਹਦਾ ਕਾਰਨ ਹੈ ਕਿਉਂਕਿ ਮੰਜੀ ਸਾਹਿਬ ਦੇ ਜਿਹੜੇ ਕਥਾਵਾਚਕ ਗਿਆਨੀ ਦਲੀਪ ਸਿੰਘ ਸਨ, ਭਾਈ ਹਰਮੰਦਰ ਸਿੰਘ ਜਿਹੜੇ MLA ਨੇ, ਇਹਨਾਂ ਦੇ ਪਿਤਾ ਜੀ, ਉਹ ਬਜ਼ੁਰਗ ਸਨ ਤੇ ਉਹਨਾਂ ਦੇ ਜਦੋਂ ਸਰੀਰ ਢਿੱਲਾ ਮੱਠਾ ਹੁੰਦਾ ਸੀ, ਉਹਨਾਂ ਦੇ ਥਾਂ 'ਤੇ ਕਥਾਵਾਚਕ ਦੇ ਤੌਰ 'ਤੇ ਮੈਨੂੰ ਰੱਖਿਆ ਗਿਆ। ਸਮਾਂ ਆਪਣੀ ਚਾਲ ਚਲੀ ਗਿਆ। ਸੰਤ ਬਾਬਾ ਜਰਨੈਲ ਸਿੰਘ ਜਿਹੜੇ ਸਨ ਮੁੜ ਕੇ ਇੱਥੋਂ ਗੁਰੂ ਨਾਨਕ ਨਿਵਾਸ ਤੋਂ ਅਕਾਲ ਤਖਤ ਸਾਹਿਬ ਚਲੇ ਗਏ। ਪਰਿਕਰਮਾ ਵਿੱਚ ਜਿੱਥੇ ਆਪਾਂ ਗਿੱਲੇ ਕੱਪੜੇ ਜਮ੍ਹਾਂ ਕਰਾਉਂਦੇ ਹਾਂ, ਇਸ ਥਾਂ 'ਤੇ ਸਾਨੂੰ ਕਮਰਾ ਮਿਲਿਆ। ਮੇਰੇ ਨਾਲ ਭਾਈ ਮਨਵੀਰ ਸਿੰਘ ਝੇੜੂ, ਭਾਈ ਲੱਖਾ ਸਿੰਘ ਨਾਗੋਕਿਆਂ ਵਾਲੇ, ਇਸੇ ਪ੍ਰਕਾਰ ਭਾਈ ਗੁਰਮੇਜ ਸਿੰਘ ਜਿਨ੍ਹਾਂ ਦਾ ਪਿੰਡ ਗੋਇੰਦਵਾਲ ਸਾਹਿਬ ਦੇ ਲਾਗੇ, ਤੇ ਜਿਹੜੇ ਨੇ 4 ਪੁਲਿਸ ਮੁਲਾਜ਼ਮਾਂ ਨਾਲ ਟੱਕਰ ਹੋਈ ਤੇ ਮੁੜ ਕੇ ਇੱਥੇ ਆ ਗਏ, ਉਹ ਮੇਰੇ ਨਾਲ ਰਹਿੰਦੇ ਸਨ। ਮੇਰਾ ਕੰਮ ਕੇਵਲ ਤੇ ਕੇਵਲ ਗੁਰਬਾਣੀ ਦੀ ਕਥਾ ਵਿਚਾਰ ਸੀ, ਬਾਕੀ ਸਾਰੇ ਸਿੰਘ ਖਾੜਕੂ ਸਨ। ਸੰਤ ਬਾਬਾ ਠਾਕਰ ਸਿੰਘ ਜੀ ਆਏ,
ਤੇ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਨੂੰ ਕਿਹਾ ਵੀ ਇਹ ਸਾਨੂੰ ਭਾਈ ਜਸਵੰਤ ਸਿੰਘ ਦੇ ਦਿਓ ਕਿ ਸਾਨੂੰ ਉੱਥੇ ਸਿੰਘ ਦੀ ਲੋੜ ਆ। ਔਰ ਮੇਰੀ ਡਿਊਟੀ 5 ਪਿਆਰਿਆਂ ਵਿੱਚ ਅੰਮ੍ਰਿਤ ਛਕਾਉਣ ਦੀ ਸੀ। 3 ਤਰੀਕ ਨੂੰ ਅਸੀਂ ਸੰਗਰੂਰ ਵਾਲੇ ਇਲਾਕੇ 'ਚ ਅੰਮ੍ਰਿਤ ਸੰਚਾਰ ਕਰਨ ਜਾਣਾ ਸੀ। ਜਦੋਂ ਅਸੀਂ ਗੁਰੂ ਰਾਮਦਾਸ ਸਰਾਂ ਦੇ ਅੱਗੇ ਆਏ ਤੇ ਮੈਂ 5 ਪਿਆਰੇ ਸਾਹਿਬਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਸ਼ਨਾਨ ਪਾਨ ਕਰ ਲਓ ਤੇ ਅਸੀਂ ਅੰਦਰੋਂ ਕਛਹਿਰੇ ਤੇ ਕਿਰਪਾਨਾਂ ਲੈ ਆਈਏ। ਮੇਰੇ ਨਾਲ ਇੱਕ ਸਿੰਘ ਸੀ ਵਿਚਾਰਾ ਪਰਦੇਸੀ ਜਿਹਨੇ ਅੰਮ੍ਰਿਤ ਛਕਿਆ ਸੀ, ਆਪਾਂ ਭਈਆ ਕਹਿ ਨਹੀਂ ਸਕਦੇ, ਹਿੰਦੀ ਬੋਲਦਾ ਸੀ। ਉਹਨੂੰ ਮੈਂ ਨਾਲ ਲੈ ਕੇ ਜਦੋਂ ਅੰਦਰ ਗਿਆ, ਲਾਚੀ ਬੇਰੀ ਤੋਂ ਮੱਥਾ ਟੇਕ ਕੇ ਲਾਚੀ ਬੇਰੀ ਤੋਂ ਅਸੀਂ ਅਕਾਲ ਤਖਤ ਸਾਹਿਬ ਨੂੰ ਜਾਣ ਲੱਗੇ। ਤੁਸੀਂ ਮੇਰੇ ਤੇ ਯਕੀਨ ਕਰਿਆ ਜੇ ਕਿ ਕੇਵਲ ਤੇ ਕੇਵਲ 10 ਫੁੱਟ ਦੇ ਅਸੀਂ ਗਏ ਹਾਂ। ਉਹ ਮੇਰੇ ਨਾਲ ਕੁਛ 6-7 ਫੁੱਟ ਅੱਗੇ ਸੀ, ਉਹਦੇ ਪੁਰਪੜੀ 'ਚ ਗੋਲੀ ਵੱਜੀ। ਇਹ ਮੈਂ ਸੀਨ ਇਹਨਾਂ ਅੱਖਾਂ ਨਾਲ ਵੇਖਿਆ। ਔਰ ਉਹਦੇ ਤੋਂ ਉਪਰੰਤ ਜਿਵੇਂ ਗੜੇ ਪੈਂਦੇ ਨੇ ਇਸ ਪ੍ਰਕਾਰ ਗੋਲੀਆਂ ਦਾ ਮੀਂਹ ਵਰਨ ਲੱਗ ਪਿਆ। ਮੈਂ ਘਬਰਾ ਗਿਆ। ਜਿੱਥੇ ਆਪਾਂ ਟੂਟੀਆਂ ਤੇ ਹੱਥ ਧੋਣੇ ਆ, ਇਸ ਥਾਂ 'ਤੇ ਮੈਂ ਖਲੋ ਗਿਆ ਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤੀ ਵੀ ਮਨਾ ਹੁਣ ਕੀ ਕਰਨਾ ਚਾਹੀਦਾ। ਮੇਰੇ ਮਨ ਵਿੱਚ ਵਿਚਾਰ ਆਈ, ਮਰੋਂ ਧਰ ਕੇ ਦੁਆਰ, ਮੈਂ ਜੇ ਹਰਿਮੰਦਰ ਸਾਹਿਬ ਦੇ ਅੰਦਰ ਚਲਾ ਜਾਂ, ਉੱਥੇ ਗੋਲੀ ਵੱਜ ਗਈ, ਚਲੋ ਟਿਕਾਣੇ ਚਲੇ ਜਾਵਾਂਗੇ। ਇਹ ਮੈਂ ਫੁਰਨਾ ਕਰਕੇ ਹਰਿਮੰਦਰ ਸਾਹਿਬ ਦੇ ਅੰਦਰ ਗਿਆ। ਜਿਹੜਾ ਪੁਲ ਇਹਦੇ 'ਤੇ ਕੋਈ ਚੀਜ਼ ਨਹੀਂ ਸੀ, ਬਿਲਕੁਲ ਸਾਫ਼ ਸੀ। ਗੋਲੀਆਂ ਲਗਾਤਾਰ ਚੱਲਦੀਆਂ ਸਨ। ਜਿੱਥੇ ਮੈਂ ਗੁਰੂ ਨੂੰ ਨਮਸਕਾਰ ਕਰਦਾ, ਮੈਂ ਰਾਗੀ ਸਿੰਘਾਂ ਨੂੰ ਨਮਸਕਾਰ ਕਰਦਾ, ਉਹ ਗੁਰੂ ਕੇ ਲਾਲ ਬਿਲਕੁਲ ਅਡੋਲ ਅਚਲ ਕੀਰਤਨ ਕਰ ਰਹੇ ਸਨ। ਕੌਣ ਕੌਣ ਸੀ ਉਹਨਾਂ 'ਚ? ਮੈਂ ਉਹਨਾਂ ਰਾਗੀ ਸਿੰਘਾਂ ਦੇ ਨਾਂ ਨਹੀਂ ਜਾਣਦਾ। ਮੈਂ ਮੱਥਾ ਟੇਕਿਆ, ਮੇਰਾ ਮਨ ਫੇਰ ਨਾ ਟਿਕਿਆ। ਮੈਂ ਫੇਰ ਉਸੇ ਟੂਟੀਆਂ ਦੇ ਕੋਲ ਆ ਗਿਆ। ਜਿਹੜੀ ਗੱਲ ਤੋਂ ਮੈਂ ਖਾਸ ਤੌਰ 'ਤੇ ਮੁਤਾਸਰ ਉਹ ਇਹ ਹੈ ਕਿ ਮੇਰੇ ਵੇਹਦਿਆਂ ਜਰਨਲ ਸ਼ਵੇਕ ਸਿੰਘ ਜੀ ਲਾਚੀ ਬੇਰੀ ਤੇ ਥੱਲੇ ਆਏ। ਉਹਨਾਂ ਦੇ ਨਾਲ ਉਹਨਾਂ ਦਾ ਸੇਵਾਦਾਰ ਸੀ, ਬੜਾ ਗੱਭਰੂ। ਉਹਦੇ ਗਾਤਰੇ ਵਿੱਚ ਗੋਲੀਆਂ ਸਨ, ਜਿਹਨੂੰ ਅਸੀਂ ਖਜ਼ਾਨਾ ਕਹਿ ਦਿੰਦੇ ਆ। ਔਰ ਜਰਨਲ ਸ਼ਵੇਕ ਸਿੰਘ ਦੇ ਮੱਥੇ ਦੇ ਉੱਪਰ ਰੰਚਕ ਮਾਤਰ ਵੀ ਮੌਤ ਦਾ ਭੈ ਨਹੀਂ ਸੀ। ਆਮ ਕਰਕੇ ਹੋ ਜੇ ਸੰਕਟ ਦੇ ਸਮੇਂ ਬੰਦਾ ਘਬਰਾ ਜਾਂਦਾ ਹੈ, ਲੇਕਿਨ ਜਰਨਲ ਸ਼ਵੇਕ ਸਿੰਘ ਦੇ ਮੱਥੇ ਦੇ ਉੱਪਰ ਰੰਚਕ ਮਾਤਰ ਵੀ ਮੌਤ ਦਾ ਭੈ ਨਹੀਂ ਸੀ। ਤੇ ਜਿਹਨੂੰ ਮੈਂ ਆਮ ਬੋਲੀ 'ਚ ਕਹਾਂਗਾ ਜਿਵੇਂ ਵਿਆਹ ਵਾਲੇ ਘਰ ਵਿਆਹ ਵਾਲੇ ਕਾਕੇ ਦੀ ਮਾਂ ਫਿਰਦੀ ਨਹੀਂ ਖੁਸ਼ੀ 'ਚ, ਇਸ ਤਰ੍ਹਾਂ ਉਹ ਫਿਰ ਰਹੇ ਸਨ। ਉੱਥੇ ਮੈਂ ਖਲੋਤਿਆਂ ਪਹਿਲੀ ਮੈਂ ਤੁਹਾਨੂੰ ਬੇਨਤੀ ਕੀਤੀ ਕਿ ਜਦੋਂ ਮੈਂ ਅਕਾਲ ਤਖਤ ਸਾਹਿਬ ਨੂੰ ਜਾਣ ਲੱਗਾ ਨਾ, ਮੇਰੇ ਸਾਥੀ ਦੀ ਖੱਬੀ ਪੁਰਪੜੀ ਦੇ ਉੱਪਰ ਗੋਲੀ ਵੱਜੀ। ਉਹ ਇੱਕਦਮ ਧਰਮ ਕਰਕੇ ਥੱਲੇ ਡਿੱਗ ਪਿਆ। ਮੈਂ ਘਬਰਾ ਗਿਆ। ਉਸ ਟੂਟੀਆਂ ਦੇ ਸਾਹਮਣੇ ਖਲੋ ਕੇ ਮੈਂ ਆਪਣੀਆਂ ਅੱਖਾਂ ਦੇ ਨਾਲ 2 ਮੌਤਾਂ ਹੋਰ ਵੇਖੀਆਂ ਨੇ। ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦਾ ਲੰਗਰ ਹੈ, ਇਸ ਲੰਗਰ ਵਾਲੀ ਜਿਹੜੀ ਬਾਹੀ ਤੇ ਡਿਉੜੀ ਹੈ ਵੱਡੀ, ਉਸ ਡਿਉੜੀ ਦੇ ਵਿੱਚ ਕੋਈ ਗੁਰਮੁਖ ਪਿਆਰਾ ਬਿਲਕੁਲ ਇਕੱਠਾ ਹੋ ਕੇ ਅੰਕੁਰ ਕੇ ਬੈਠਾ ਸੀ। ਉਹਨੂੰ ਗੋਲੀ ਵੱਜੀ ਤੇ ਜਿਵੇਂ ਭਮੀਰੀ ਪਾਉਂਦੀ ਇਸ ਪ੍ਰਕਾਰ ਉਹ ਵਿਚਾਰਾ ਪਾਉਂਦਾ ਪ੍ਰਕਰਮਾ ਵਿੱਚ ਥੱਲੇ ਡਿੱਗਿਆ, ਸਰੀਰ ਛੱਡ ਗਿਆ। ਇਹ ਮੈਂ ਘਟਨਾ ਇਹਨਾਂ ਅੱਖਾਂ ਨਾਲ ਵੇਖੀ। ਇਹਦੇ ਤੋਂ ਇਲਾਵਾ ਦੂਜੀ ਘਟਨਾ ਜਿਹੜੀ ਹੈ ਬਾਬਾ ਦੀਪ ਸਿੰਘ ਵਾਲੀ ਬਾਈ ਹੈ, ਇਸ ਪਾਸੇ ਇਹ ਗੁਰਮੁਖ ਪਿਆਰਾ ਕੋ ਬੈਠਾ ਸੀ। ਮੈਂ ਉਹਨਾਂ ਨੂੰ ਜਾਣਦਾ ਨਹੀਂ। ਉਹਨੂੰ ਵੱਜੀ ਔਰ ਉਹ ਚੜ੍ਹਾਈ ਕਰ ਗਿਆ। ਉਹਦੇ ਨਾਲ ਜਿਹੜਾ ਤੁਸੀਂ ਮੈਨੂੰ ਕਿਹਾ ਵੀ ਮੈਂ ਆਪਣੀ ਹੱਡਬੀਤੀ ਦੱਸਾਂ, ਮੈਂ ਅਕਾਲ ਤਖਤ ਸਾਹਿਬ ਜਿੱਥੇ ਅਸੀਂ ਮੱਥਾ ਟੇਕਦੇ ਉੱਥੇ ਅੰਦਰ ਗਿਆ ਤੇ ਮਨਾਵਾ ਨਗਰ ਬੜਾ ਮਸ਼ਹੂਰ ਹੈ, ਜਿੱਥੋਂ ਦੇ ਭਾਈ ਸੁਜਾਨ ਸਿੰਘ ਮਹਾਂਪੁਰਸ਼ਾਂ ਦੇ ਨਾਲ ਫਿਰੋਜ਼ਪੁਰ ਜੇਲ੍ਹ ਵਿੱਚ ਵੀ ਗਏ ਸਨ। ਜਿਹੜੇ ਭਾਈ ਲਖੂ ਜੀ ਹੋਏ ਨੇ ਉਹਨਾਂ ਦੀ ਸੰਤਾਨ 'ਚੋਂ 10ਵੀਂ ਪੀੜ੍ਹੀ ਸਨ। ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ। ਉਹਨਾਂ ਦੇ ਅੱਗੇ ਗੋਲੀਆਂ ਦਾ ਢੇਰ ਲੱਗਾ ਸੀ, ਜਿਵੇਂ ਦਾਣੇ ਪਏ ਹੁੰਦੇ ਨੇ। ਮੈਂ ਉਹਨਾਂ ਦੇ ਕੋਲ ਗਿਆ, ਦੁਨਿਆਵੀ ਰਿਸ਼ਤੇ ਕਰਕੇ ਮੈਂ ਉਹਨਾਂ ਨੂੰ ਫਤਿਹ ਬੁਲਾਈ, ਚਾਚਾ ਜੀ ਕਹਿ ਕੇ। ਤੇ ਮੈਨੂੰ ਕਹਿਣ ਲੱਗੇ, ਗਿਆਨੀ ਤੂੰ ਕਿਵੇਂ ਕਾਬੂ ਆ? ਮੈਂ ਕਿਹਾ ਵੀ ਮੈਂ ਚਾਚਾ ਜੀ ਮੱਥਾ ਟੇਕਣ ਆਇਆ। ਉਹ ਮੈਨੂੰ ਕਹਿਣ ਲੱਗੇ, ਥੋੜ੍ਹੀ ਜਿਹੀ ਸੇਵਾ ਤੂੰ ਵੀ ਕਰ। ਆ 300 ਗੋਲੀ ਤੇ 3 ਹਥਿਆਰ ਜਿਹੜੇ ਤੇਰੇ ਕਮਰੇ ਵਿੱਚ ਸਿੰਘ ਨੇ ਨਾ, ਉਹਨਾਂ ਨੂੰ ਦੇ ਦੇ। ਉਹਨਾਂ ਨੂੰ ਚਾਹੀਦੇ ਨੇ। ਜਿਹੜੇ ਫੌਜੀ ਅਰਦਾਸ ਕਰਕੇ ਹਜ਼ੂਰ ਸਾਹਿਬ ਤੋਂ ਆਏ ਸਨ, ਉਹ ਉੱਥੇ ਰਹਿੰਦੇ ਸਨ।
ਮੈਂ ਆਪਣੇ ਪਰਨੇ 'ਚ 300 ਗੋਲੀ ਪਾਈ। ਜਿਹੜੇ ਹਥਿਆਰ ਸੀ ਮੈਨੂੰ ਉਹਨੇ ਦੇ ਦਿੱਤੇ। ਮੈਂ ਅੱਜ ਤੱਕ ਹਥਿਆਰਾਂ ਦੇ, ਕਿਉਂਕਿ ਮੇਰਾ ਇਹ ਮਹਿਕਮਾ ਨਹੀਂ, ਮੈਨੂੰ ਕੋਈ ਇੰਟਰਸਟ ਨਹੀਂ, ਮੈਂ ਉਹਨਾਂ ਦੇ ਨਾਂ ਨਹੀਂ ਜਾਣਦਾ, ਪਰ ਮੈਂ ਤਿੰਨੇ ਦੇ ਤਿੰਨੇ ਹਥਿਆਰ ਉਸ ਥਾਂ 'ਤੇ ਲਿਆ ਕੇ ਦੇ ਦਿੱਤੇ ਔਰ ਉਹ 300 ਗੋਲੀ ਵੀ ਉਹਨਾਂ ਨੂੰ ਦੇ ਦਿੱਤੀ। ਔਰ ਉਹ ਇੰਨੇ ਦਲੇਰ ਸਨ। ਜਿਹੜਾ ਗੁਰਮੇਜ ਸਿੰਘ ਮੈਂ ਜਿਹਦਾ ਨਾਂ ਲਿਆ, ਫੱਤੂ ਢੀਂਗੇ ਦਾ ਸੀ ਉਹ। ਇਹਦੇ ਤੋਂ ਕੁਝ ਦਿਨ ਦੀ ਪਹਿਲਾਂ ਦੀ ਘਟਨਾ ਕਿ ਪੁਲਿਸ ਵਾਲੇ 4 ਮੁਲਾਜ਼ਮ ਬਾਹਰ ਦੁਕਾਨ ਹੁੰਦੀ ਸੀ ਹਲਵਾਈ ਦੀ, ਜਿਹਦਾ ਨਾਂ ਸੀ ਨੰਦ ਲਾਲ। ਉਹਦੀ ਦੁਕਾਨ 'ਤੇ ਉਹ ਚਾਹ ਪੀਣ ਆਏ ਅਤੇ ਉਸ ਗੁਰਮੇਜ ਸਿੰਘ ਨੇ 4 ਪੁਲਿਸ ਮੁਲਾਜ਼ਮਾਂ ਦੇ ਹੱਥ ਖੜੇ ਕਰਕੇ ਅੰਦਰ ਲੈ ਆਂਦਾ। ਭਾਵ ਕੋ ਇੰਨਾ ਡਰ ਸੀ, ਇੰਨਾ ਨਿਰਭਉ ਸੀ। ਅਤੇ ਮੈਨੂੰ ਕਥਾ ਕਰਦਾ ਕਰਕੇ ਜਾਣਦੇ ਸਨ ਮੁਲਾਜ਼ਮ। ਕਹਿਣ ਲੱਗੇ ਵੀ ਗਿਆਨੀ ਸਾਨੂੰ ਅੱਜ ਬਚਾ ਦਿਓ, ਅਸੀਂ ਮੁੜ ਕੇ ਨਹੀਂ ਆਉਂਦੇ। ਅਤੇ ਮੈਂ ਉਹ ਭਾਈ ਗੁਰਮੇਜ ਨੂੰ ਆਖਿਆ, ਮੈਂ ਕਿਹਾ ਗੁਰਮੁਖਾ ਆਪਣੇ ਭਰਾ ਭਾਈ ਨੇ, ਇਹ ਜਾਣਦੇ ਹੋ? ਕਹਿਣ ਲੱਗਾ ਜਾਣਤਾ, ਪਰ ਇਹਨੂੰ ਬੇਨਤੀ ਵੀ ਇਹ ਇਸ ਮੌਕੇ ਸਾਡੇ ਐਂਟੀ ਪਾਰਟੀ ਵੱਲੋਂ ਨੇ ਅਤੇ ਇੱਥੇ ਇਹ ਨਾ ਆਉਣ। ਉਹ ਵਿਚਾਰੇ ਮੁਲਾਜ਼ਮ ਚਲੇ ਗਏ। ਇਹਦੇ ਨਾਲ ਉਸੇ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੇ ਜਿੰਨੇ ਵੀ ਉਹਨਾਂ ਦੇ ਨਾਲ ਸਿੰਘ ਸਨ ਉਹਨਾਂ ਨੂੰ ਇਕੱਠਿਆਂ ਕੀਤਾ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਸਿੰਘੋ ਆਪਾਂ ਕਲਗੀਧਰ ਪਾਤਸ਼ਾਹ ਦੇ ਸਿੰਘ ਆ, ਜ਼ਿੰਦਗੀ 'ਚ ਤਰਾਹ ਚੜਾਉਂਦੇ ਨੇ, ਆਪਾਂ ਚਮਕੌਰ ਦੇ ਮੌਕੇ ਨੂੰ ਚੇਤੇ ਕਰੀਏ, ਆਪਾਂ ਜਮਰੌਦ ਦੇ ਸਾਕੇ ਨੂੰ ਚੇਤੇ ਕਰੀਏ। ਜਿਹਨੂੰ ਜਾਨ ਪਿਆਰੀ ਹੈ ਉਹ ਬਿਲਕੁਲ ਜਾ ਸਕਦਾ ਹੈ। ਕਿਸੇ ਪ੍ਰਕਾਰ ਦਾ ਮੇਰੇ ਉਹਦੇ 'ਤੇ ਗਿਲਾ ਨਹੀਂ, ਮੇਰਾ ਉੱਤੇ ਗੁੱਸਾ ਨਹੀਂ। ਅਤੇ ਜਿਨ੍ਹਾਂ ਨੇ ਸ਼ਹੀਦ ਹੋਣਾ ਉਹ ਵੀ ਭਾਈ ਰਹਿ ਪਓ। ਔਰ ਸਿੰਘਾਂ ਨੇ ਜਕਾਰੇ ਛੱਡ ਦਿੱਤੇ, ਰਹਿ ਪਏ। 1-2 ਬਜ਼ੁਰਗ ਜਿਹੜੇ ਸਨ ਉਹਨਾਂ ਨੂੰ ਆਗਿਆ ਦੇ ਦਿੱਤੀ ਔਰ ਚਲੇ ਗਏ, ਔਰ ਕੁਝ ਮਾਰੇ ਵੀ ਗਏ। ਇੰਨਾ ਕੁ ਮੈਂ ਸੀਨ ਉਸ ਮੌਕੇ ਭਾਈ ਸਾਹਿਬ ਵੇਖਿਆ। ਤੇ ਤੁਸੀਂ ਫਿਰ ਅਕਾਲ ਤਖਤ ਸਾਹਿਬ, ਤੁਸੀਂ ਜਦੋਂ ਗੋਲੀਆਂ ਲੈ ਕੇ ਚਲੇ ਗਏ, ਹਾਂ, ਉਦੋਂ ਬਾਅਦ ਕਿੱਥੇ ਰਹੇ ਤੁਸੀਂ? ਹਰਿਮੰਦਰ ਸਾਹਿਬ ਮੈਂ ਗਏ, ਮੁੜ ਅਕਾਲ ਤਖ਼ਤ ਕੇ ਸਾਹਿਬ ਜਦੋਂ ਰਹੇ? ਉਹ ਉੱਥੇ ਮੈਂ ਫਿਰ ਮੈਂ ਵੀ ਬਰਾਂਡੇ 'ਚ ਇਕੱਠਾ ਹੋ ਕੇ ਬਹਿ ਗਿਆ। ਉਪਰੰਤ ਘਟਨਾ ਵਾਪਰੀ ਪਈ। ਅਸੀਂ ਕੁਝ ਦਿਨ ਪਹਿਲਾਂ ਸੈਦੋਲੇਲ ਪਿੰਡ ਅੰਮ੍ਰਿਤ ਸੰਚਾਰ ਕੀਤਾ ਸੀ ਅਤੇ ਉਸ ਨਗਰ ਦੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਮੈਨੂੰ ਕੁਦਰਤੀ ਤੌਰ 'ਤੇ ਬਾਬਾ ਦੀਪ ਸਿੰਘ ਵਾਲੀ ਜਗ੍ਹਾ 'ਤੇ ਮਿਲ ਪਏ ਅਤੇ ਕਹਿਣ ਲੱਗੇ, ਭਾਈ ਸਾਹਿਬ ਤੁਸੀਂ ਕਿੱਥੇ? ਮੈਂ ਕਿਹਾ ਗੁਰਮੁਖੋ ਮੈਂ ਵੀ ਇੱਥੇ ਸੁਭਾਵਿਕ ਆ ਗਿਆ ਅਤੇ ਮੈਨੂੰ ਆਪਣੇ ਕੱਪੜੇ ਦੇ ਦਿੱਤੇ, ਕਿਉਂਕਿ ਸਾਡੇ ਕੱਪੜੇ 'ਤੇ ਸਰਕਾਰ ਉਦੋਂ ਨਿਗਾਹ ਰੱਖਦੀ ਚੋਲਿਆਂ 'ਤੇ। ਮੈਂ ਉਹਨਾਂ ਦੇ ਕੱਪੜੇ ਪਾ ਕੇ ਜਿਹੜੀ ਗੁਰੂ ਰਾਮਦਾਸ ਸਰਾਂ ਦੇ ਅੱਗੇ ਟਰਾਲੀ ਸੀ, ਕਿਸੇ ਦੀ ਪਤਾ ਨਹੀਂ ਕਿਹਦੀ ਸੀ, ਦਾਣੇ ਵਾਸਤੇ ਦੇਣ ਵਾਸਤੇ ਆਇਆ ਸੀ, ਮੈਂ ਉਹ 'ਤੇ ਬਹਿ ਗਿਆ। ਅੱਗੇ ਮੁੜ ਕੇ ਬੱਸ 'ਤੇ ਬੈਠ ਕੇ ਮੇਤੀ ਚਲਾ ਗਿਆ। ਤੇ ਤੁਸੀਂ ਉਸ ਤੋਂ ਬਾਅਦ ਘਰ ਆ ਗਏ? ਨਾ, ਮੇਤੀ ਚਲਾ ਗਿਆ। ਮਹਿਤੇ? ਹਾਂ, ਮਹਿਤੇ ਨੂੰ ਵੀ ਕੋਈ ਮਹਿਤੇ ਨੂੰ ਮੇਰੇ ਵੇਹਦਿਆਂ ਅਸੀਂ ਉੱਥੇ ਚਲੇ ਗਏ ਅਤੇ 3 ਤੋਪਾਂ ਉਸ ਮਹਿਤੇ ਗੱਡੀਆਂ ਸਨ। ਜਿਹੜੇ ਭੋਲੇ ਸਿੰਘ ਸਨ ਉਹ ਕੋਠਿਆਂ ਦੀਆਂ ਛੱਤਾਂ ਦੇ ਉੱਪਰ ਇੱਟੇ ਚੜ੍ਹਾ ਰਹੇ ਸਨ ਅਤੇ ਮੇਰੇ ਜਿਹੜੇ ਉਸਤਾਦ ਸਨ, ਬਜ਼ੁਰਗ ਸੀ, ਭਾਈ ਅਮਰੀਕ ਸਿੰਘ ਦੇ ਮਾਮਾ ਜੀ ਸਨ, ਸਰਦਾਰ ਗੁਰਦਿਆਲ ਸਿੰਘ, ਮੈਨੂੰ ਕਹਿੰਦੇ ਗਿਆਨੀ ਜੀ ਇਹ ਸਾਡੇ ਆਖੇ ਨੌਜਵਾਨ ਲੱਗਦੇ ਨਹੀਂ, ਤੁਹਾਡਾ ਭਾਈਚਾਰਾ, ਇਹਨਾਂ ਨੂੰ ਬੇਨਤੀ ਕਰੋ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰਮੁਖੋ ਇੱਟਾਂ ਨਾਲ ਤੋਪਾਂ ਬਣਨ ਦਾ ਕੀ ਮੁਕਾਬਲਾ? ਉਹ ਕਹਿਣ ਲੱਗੇ ਗਿਆਨੀ ਜੀ ਤੁਸੀਂ ਆਪਣਾ ਗਿਆਨ ਪਾਸੇ ਰੱਖੋ, ਅਸੀਂ ਕਿਉਂਕਿ ਭੋਲੇ ਸਨ, ਅਸੀਂ ਮੁਕਾਬਲਾ ਕਰਨਾ ਹੈ। ਔਰ ਬਾਹਰ ਉਹਨਾਂ ਨੇ 3 ਤੋਪਾਂ ਬੀੜੀਆਂ ਸਨ, ਅੰਦਰ ਅਸੀਂ ਸਾਂ, ਔਰ ਜ਼ਿਆਦਾਤਰ ਸਾਡੇ ਵਿੱਚ ਬਜ਼ੁਰਗ ਸਨ, ਨੌਜਵਾਨ ਬਹੁਤ ਘੱਟ ਸਨ। ਤੇ ਫਿਰ ਕੀ ਮਹਿਤੇ ਕੀ ਹੋਇਆ? ਮਹਿਤੇ ਉਹਨਾਂ ਨੇ ਕੁਝ ਨਹੀਂ ਆਖਿਆ, ਘੇਰਾ ਪਾ ਕੇ ਬੈਠੇ ਰਹੇ। ਔਰ ਉਹ ਤੋਂ ਬਾਅਦ ਮੇਰਾ ਬਜ਼ੁਰਗ ਜਿਹੜੇ ਮੇਰੇ ਉਸਤਾਦ ਬਜ਼ੁਰਗ ਸਨ ਮੈਨੂੰ ਕਹਿਣ ਲੱਗੇ ਵੀ ਤੂੰ ਇੱਥੇ ਚਲਾ ਜਾ, ਇੱਥੇ ਸੇਫ ਨਹੀਂ, ਅਤੇ ਮੈਨੂੰ ਉੱਥੋਂ ਕੱਢ ਦਿੱਤਾ। ਫਿਰ ਤੁਸੀਂ ਹੋਰ ਕੀ ਕਹਾਣੀਆਂ ਸੁਣੀਆਂ ਜਿਹੜੇ ਤੁਹਾਡੇ ਕਲੋਜ਼, ਕਿਉਂਕਿ ਤੁਸੀਂ ਤੇ ਪਰਿਵਾਰ 'ਚੋਂ ਵੀ ਸੀ? ਤੁਸੀਂ ਉਹਨਾਂ ਜੋ ਕਹਾਣੀਆਂ ਸੁਣੀਆਂ ਵੀ ਉਹ ਜਿੰਨੇ ਗੁਰਮੁਖ ਪਿਆਰੇ 1 ਤੋਂ 6 ਜੂਨ ਤੱਕ ਹਰਿਮੰਦਰ ਸਾਹਿਬ ਕਹਿ ਰਹੇ, ਹਰਿਮੰਦਰ ਸਾਹਿਬ ਜਿਹੜੀਆਂ ਅਹਿਮ ਘਟਨਾਵਾਂ ਤੁਸੀਂ ਘਟਨਾਵਾਂ, ਇੱਕ ਤਾਂ ਇਹ ਵਿਆਪੀਆਂ ਵੀ ਉਹਨਾਂ ਵਿੱਚ ਬੰਦੇ ਸਾਰੇ ਨਿਸ਼ਕਾਮ ਸਨ, ਕਿਸੇ ਦੇ ਮਨ ਵਿੱਚ ਮਾਰਨ ਵਾਲੇ ਜਿਹੜੇ ਸਰਕਾਰ ਨੇ ਗਲਤ ਪ੍ਰੋਪੇਗੈਂਡੇ ਕੀਤੇ ਇਹੋ ਜਿਹੇ ਕੋਈ ਨਹੀਂ ਸਨ। ਮੈਂ ਪਰਸਨਲੀ ਤੌਰ 'ਤੇ ਚੱਕ ਰਾਜੂ ਸਿੰਘ ਵਾਲਾ ਪਿੰਡ ਹੈ, ਉੱਥੋਂ ਦੇ ਭਾਈ ਜੋਗਿੰਦਰ ਸਿੰਘ ਨੂੰ ਜਾਣਦਾ, ਜਿਹੜੇ ਘੰਟਾ ਘਰ ਦੇ ਉੱਪਰਲੇ ਮੋਰਚੇ ਦੇ ਇੰਚਾਰਜ ਸਨ। ਸੰਤ ਬਾਬਾ ਜਰਨੈਲ ਸਿੰਘ ਦੇ ਕੁੜਮ ਸਨ, ਜਿਨ੍ਹਾਂ ਦੀਆਂ ਦੋਵੇਂ ਬੇਟੀਆਂ ਸੰਤ ਬਾਬਾ ਜਰਨੈਲ ਸਿੰਘ ਦੇ ਭੁਜੰਗੀਆਂ ਨਾਲ ਵਿਆਹੀਆਂ ਹੋਈਆਂ ਨੇ। ਬਹੁਤ ਹੀ ਉੱਚੇ ਸੁੱਚੇ ਜੀਵਨ ਵਾਲੇ ਅਭਿਆਸੀ, ਔਰ ਅੱਜ ਦਾ ਸ਼ਾਇਦ ਭਾਈਚਾਰਾ ਨਾ ਮੰਨੇ, ਉਹਨਾਂ ਦੇ ਘਰੋਂ ਬੀਬੀ ਜਿਹੜੀ ਘਰ ਵਿੱਚ ਮੱਖਣ ਵੀ ਹੈ ਨਾ, ਉਹਦਾ ਵੀ ਦਸਵੰਧ ਇੱਥੇ ਗੁਰੂ ਘਰ ਲਿਆ ਕੇ ਦਿੰਦੇ ਸਨ। ਉਹ ਗੁਰਮੁਖ ਪਿਆਰੇ ਇਸ ਦਰਸ਼ਨੀ ਡਿਊਟੀ ਦੇ ਇੰਚਾਰਜ ਸਨ। ਔਰ ਉਹਨਾਂ ਦੇ ਨਾਲ ਸਾਡੇ ਪਰਿਵਾਰ ਵਿੱਚੋਂ ਸੰਤ ਬਾਬਾ ਕਰਤਾਰ ਸਿੰਘ ਦੇ ਭਰਾਤਾ ਚਾਚਾ ਦਦਾਰ ਸਿੰਘ ਦੇ ਲੜਕੇ ਬਲਜਿੰਦਰ ਸਿੰਘ, ਜਿਹੜੇ ਬਾਣੀ ਦੇ ਬੜੇ ਅਭਿਆਸੀ ਸਨ, ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਵੀ ਜੋਸ਼ ਆਇਆ
ਔਰ ਉਹ ਗੋਲੀਆਂ ਚੁੱਕ ਕੇ ਤੇ ਉਹਨਾਂ ਖਾੜਕੂਆਂ ਨੂੰ ਫੜਾਉਂਦੇ ਰਹੇ ਪਏ, ਗੁਰਮੁਖੋ ਸਿੰਘ ਗੁਰੂ ਕੇ ਲੇਖੇ ਲੱਗਣਾ। ਔਰ ਉਹ ਲੱਗੇ। ਭਾਈ ਬਲਜਿੰਦਰ ਸਿੰਘ ਉਹਨਾਂ ਦਾ ਨਾਂ ਸੀ। ਔਰ ਇਹਦੇ ਨਾਲ ਬਹੁਤ ਸਾਰੇ ਲੋਕ ਬਿਨਾਂ ਕਿਸੇ ਕਾਰਨ ਤੋਂ ਨਿਹੱਥੇ ਮਾਰੇ ਗਏ। ਸਾਡੇ ਪਰਿਵਾਰ ਵਿੱਚੋਂ ਭਾਈ ਗੁਰਨਾਮ ਸਿੰਘ ਤੇ ਦਲਬੀਰ ਸਿੰਘ ਸਗੇ ਭਰਾ ਸਨ। ਔਰ ਉਹ ਦਲਬੀਰ ਸਿੰਘ ਉੱਥੇ ਕੇਸਪੁਰ ਸਾਹਿਬ ਨੌਕਰੀ ਕਰਦਾ ਸੀ, ਉੱਥੋਂ ਬਦਲ ਕੇ ਆਇਆ। ਔਰ ਉਹ ਦੋਵੇਂ ਦੇ ਦੋ ਭਰਾ ਮਾਰੇ ਗਏ। ਬਹੁਤ ਸਾਰੀਆਂ ਬੀਬੀਆਂ, ਬਹੁਤ ਸਾਰੇ ਬੱਚੇ ਮਾਰੇ ਗਏ ਜਿਨ੍ਹਾਂ ਦਾ ਰੰਚਕ ਮਾਤਰ ਵੀ ਕੋਈ ਗੁਨਾਹ ਨਹੀਂ ਸੀ। ਆਹ ਲੋਕੀ ਐਲੀਗੇਸ਼ਨ ਲਾਉਂਦੇ ਉੱਥੇ ਬੀਬੀਆਂ ਸਨ, ਉਹ ਬੀਬੀਆਂ ਗੈਰ ਨਹੀਂ ਸਨ, ਉਹ ਸਾਡੀਆਂ ਭੈਣਾਂ ਸਨ, ਸਾਡੀਆਂ ਭਰਜਾਈਆਂ ਸਨ, ਸਾਡੀਆਂ ਪਤਨੀਆਂ ਸਨ। ਹੁਣ ਮੈਂ ਵਿਆਹ ਵਰਿਆ ਸਾਂ, ਮੇਰਾ ਸੰਤ ਬਾਬਾ ਜਨੈਰ ਸਿੰਘ ਨੇ ਇੱਥੇ ਆਨੰਦ ਕਾਰਜ ਕੀਤਾ। ਮੇਰੀ ਜਿਹੜੀ ਧਰਮ ਪਤਨੀ ਉਹ ਬੀਬੀ ਨਹੀਂ, ਉਹ ਵੀ ਬੀਬੀ ਹੈ। ਇਹ ਲੋਕਾਂ ਨਿੰਦਕ ਲੋਕਾਂ ਨੇ ਲਾਇਆ ਕਿਉਂਕਿ ਉਹ ਨਾਥਾਂ ਦਾ ਡੇਰਾ ਨਹੀਂ ਸੀ, ਉਹ ਸਿੰਘਾਂ ਦਾ ਡੇਰਾ ਸੀ। ਅਸੀਂ ਕਲਗੀਧਰ ਪਾਤਸ਼ਾਹ ਦੇ ਸਿੰਘ ਸਾਂ, ਉਹ ਸਾਡੀਆਂ ਪਤਨੀਆਂ ਸੀ। ਪਰ ਇਹ ਠੀਕ ਹੈ ਕਿ ਸੰਤ ਬਾਬਾ ਜਨੈਰ ਸਿੰਘ ਕਿਉਂਕਿ ਤਰਕਾਲਦਰਸ਼ੀ ਸਨ, ਉਹਨਾਂ ਨੇ ਉਸ ਦਿਨ ਕੁਝ ਦਿਨ ਪਹਿਲਾਂ ਕਹਿ ਦਿੱਤਾ ਵੀ ਭਾਈ ਗੁਰਮੁਖੋ ਬੀਬੀਆਂ ਨੂੰ ਪਾਸੇ ਕਰ ਦਿਓ। ਔਰ ਇਸੇ ਕਾਰਨ ਕਰਕੇ ਜਿਵੇਂ ਭਾਈ ਰਾਮ ਸਿੰਘ ਜਿਹੜੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਨੇ, ਉਹਨਾਂ ਦੀ ਧਰਮ ਪਤਨੀ ਬੀਬੀ ਇੱਥੇ ਰਹਿੰਦੀ ਸੀ, ਉਹਨੂੰ ਵੀ ਅਸੀਂ ਪਾਸੇ ਕਰ ਦਿੱਤਾ। ਹੋਰ ਵੀ ਜਿਹੜੀਆਂ ਬੀਬੀਆਂ ਸਨ ਉਹ ਪਾਸੇ ਹੋ ਗਈਆਂ। ਪਰ ਇੱਕ ਬੀਬੀ ਜਿਹੜੀ ਰਿਸ਼ਪਾਲ ਸਿੰਘ ਪੀਏ ਦੀ ਧਰਮ ਪਤਨੀ ਸੀ, ਬੀਬੀ ਪ੍ਰੀਤਮ ਕੌਰ, ਜਿਹੜੀ ਜੇਲ੍ਹ ਵਿੱਚ ਵੀਰੇ ਜੋਧਪੁਰ, ਉਹਨੇ ਇਹ ਕੁਛ ਕਹਿ ਲਓ ਉਹ ਨਹੀਂ ਗਈ। ਔਰ ਉਹਨਾਂ ਦਾ ਇੱਕ ਮਾਸੂਮ ਬੱਚਾ ਸੀ 17 ਦਿਨਾਂ ਦਾ। ਜਦੋਂ ਇਹ ਗੋਲੀਆਂ ਚੱਲੀਆਂ, ਮੈਂ ਪਰਸਨਲੀ ਤੌਰ ਤੇ ਭਾਈ ਰਿਸ਼ਪਾਲ ਸਿੰਘ ਨੂੰ ਜਾਣਦਾ ਕਿਉਂਕਿ ਮੇਰੇ ਤੋਂ ਪਹਿਲਾਂ ਸੰਤਾਂ ਦਾ, ਮੈਂ ਪਹਿਲਾਂ ਪੀਏ ਸਾਂ ਤੇ ਮੁੜ ਕੇ ਮੇਰੇ ਤੋਂ ਬਾਅਦ ਉਹ ਪੀਏ ਬਣਿਆ। ਜਿੰਨਾ ਵੀ ਚੰਗਾ ਕਿਹਾ ਜਾ ਉਹੋ ਜਿਹੇ ਮਨੁੱਖ ਨਹੀਂ ਮਿਲਦੇ। ਉਸ ਭਾਈ ਰਿਸ਼ਪਾਲ ਸਿੰਘ ਨੇ ਆਪਣਾ ਬੱਚਾ ਮੋਢੇ ਤੇ ਚੁੱਕਿਆ ਸੀ ਔਰ ਗੋਲੀ ਚਲਾਉਣੀ ਤਾਂ ਇੱਕ ਪਾਸੇ ਮੇਰਾ ਖਿਆਲ ਵੀ ਉਸ ਬੰਦੇ ਨੇ ਕਦੇ ਜ਼ਿੰਦਗੀ ਪਰਜੰਤ ਵੀ ਕਿਸੇ ਨੂੰ ਫਿੱਕਾ ਵਜਨ ਨਹੀਂ ਸੀ ਕਿਹਾ। ਉਸ ਗੁਰੂ ਕੇ ਲਾਲ ਨੂੰ ਮੋਢੇ ਤੇ ਬੱਚਾ ਚੁੱਕਿਆ, ਗੋਲੀ ਵੱਜੀ, ਉਹ ਦੋਵੇਂ ਦੇ ਦੋਵੇਂ ਪਿਤਾ ਤੇ ਪੁੱਤਰ ਸ਼ਹੀਦ ਹੋ ਗਏ। ਔਰ ਜਿਹੜੀ ਇਹ ਬੀਬੀ ਸੀ ਇਹ ਗ੍ਰਿਫਤਾਰ ਹੋਈ, ਇਹ ਆਪਾਂ ਸਾਰੇ ਭਲੀ ਪ੍ਰਕਾਰ ਜਾਣਦੇ ਹਾਂ। ਔਰ ਖਾਸ ਕਰਕੇ ਮਹਾਂਪੁਰਸ਼ ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕਰਦੇ ਸਨ। ਕਿਸੇ ਗੁਰੂ ਕੇ ਸਿੱਖ ਨੂੰ ਕਿਸੇ ਨਸ਼ੇ ਦੀ ਆਦਤ ਨਹੀਂ ਸੀ, ਕਿਸੇ ਵਿੱਚ ਕੋਈ ਐਬ ਨਹੀਂ ਸੀ। ਉਹ ਕੇਵਲ ਤੇ ਕੇਵਲ ਨਿਸ਼ਕਾਮ ਸਨ। ਇਹ ਉਹਨਾਂ ਗੁਰਮੁਖਾਂ ਦਾ ਜੀਵਨ। ਇੱਕ ਗੱਲ ਮੈਂ ਕਹਿਣੀ ਭੁੱਲ ਨਾ ਜਾਵਾਂ, ਭਾਈ ਸਾਹਿਬ ਭਾਈ ਅਮਰੀਕ ਸਿੰਘ ਦੁਨਿਆਵੀ ਰਿਸ਼ਤੇ ਕਰਕੇ ਜਿੱਥੇ ਮੇਰੇ ਭਰਾਤਾ ਸਨ, ਮੈਥੋਂ ਉਮਰ ਕਰਕੇ ਉਹ 5 ਸਾਲ ਛੋਟੇ ਸਨ, ਉਹਨਾਂ ਨੂੰ ਪਤਾ ਸੀ ਵੀ ਅਸੀਂ ਹੁਣ ਸ਼ਹੀਦ ਹੋ ਜਾਣਾ। ਇਹ 3 ਤਰੀਕ ਦੀ ਘਟਨਾ ਜਿਹਦਾ ਆਪਾਂ ਜ਼ਿਕਰ ਕੀਤਾ ਹੈ, ਸਾਡੇ ਪਿੰਡ ਤੋਂ ਸਾਡੀ ਪੰਚਾਇਤ ਦੇ ਕੁਝ ਗੁਰਮੁਖ ਪਿਆਰੇ, ਕਿਉਂਕਿ ਭਾਈ ਅਮਰੀਕ ਸਿੰਘ ਦਾ ਆਸਣ ਜਿਹੜਾ ਸੀ ਉਹ ਲੰਗਰ ਵਿੱਚ ਪੌੜੀਆਂ ਦੇ ਥੱਲੇ ਹੁੰਦਾ ਸੀ, ਉਹ ਆਏ, ਮਿਲੇ, ਗੱਲਾਂ ਬਾਤਾਂ ਕੀਤੀਆਂ ਪਿਆਰ ਭਰੀਆਂ। ਤੇ 12 ਵਜੇ ਤੋਂ ਪਹਿਲਾਂ ਉਹਨਾਂ ਨੇ ਕਹਿਤਾ ਵੀ ਤਾਇਆ ਜੀ ਤੁਸੀਂ ਜਾਓ ਤੇ ਸਾਡੀ ਅਖੀਰਲੀ ਫਤਿਹ ਹੈ। ਇਹ ਲਫ਼ਜ਼ ਭਾਈ ਸਾਹਿਬ ਨੇ ਉਸ ਦਿਨ ਕਹੇ ਵੀ ਤਾਇਆ ਜੀ ਹੁਣ ਤੁਸੀਂ ਜਾਓ, ਸਾਡੀ ਅਖੀਰਲੀ ਫਤਿਹ ਹੈ। ਸਾਡੇ ਭੂਰੇ ਨਗਰ ਨੂੰ ਜਾ ਕੇ ਕਹਿ ਦੇਣਾ ਵੀ ਹੁਣ ਅਮਰੀਕ ਸਿੰਘ ਨੇ ਤੁਹਾਡੇ ਕੋਲ ਨਹੀਂ ਆਉਣਾ। ਇਹ ਗੱਲ ਉਹਨਾਂ ਕਹੀ ਤੇ ਲੰਗਰ ਦੇ ਵਿੱਚੋਂ ਉਹਨਾਂ ਬਜ਼ੁਰਗਾਂ ਨੂੰ, ਗਿਆਨੀ, ਉਹਨਾਂ ਨੂੰ ਗਿਆਨੀ ਅਵਤਾਰ ਸਿੰਘ ਸਰਪੰਚ ਨੂੰ ਤੇ ਹੋਰ ਗੁਰਮੁਖਾਂ ਨੂੰ ਉਹਨਾਂ ਨੇ ਗੋਡੀ ਹੱਥ ਲਾ ਕੇ ਵਿਦਾ ਕੀਤਾ ਤੇ ਨਾਲ ਲਫ਼ਜ਼ ਕਹੇ ਵੀ ਤੁਸੀਂ ਸਾਰੇ ਮੇਰੇ ਨਾਲੋਂ ਵੱਡੇ ਹੋ, ਮੈਂ ਤੁਹਾਡਾ ਬੱਚਾ, ਭਰਾ, ਭਾਈ ਹਾਂ। ਮੇਰੇ ਕੋਲੋਂ ਗੁਰਮੁਖੋ ਜੇ ਗਲਤੀ ਹੋ ਗਈ ਹੋਵੇ ਤੇ ਮੈਨੂੰ ਆਪਣਾ ਜਾਣ ਕੇ ਮਾफ़ ਕਰਿਆ ਜੇ। ਇਹ 3 ਤਰੀਕ ਦੀ ਭਾਈ ਅਮਰੀਕ ਸਿੰਘ ਦੀ ਘਟਨਾ ਹੈ। ਅੱਛਾ। ਔਰ ਉਹ ਇੰਨੇ ਦਲੇਰ ਸਨ ਕਿ ਖੇਮ ਕਰਨ ਦੇ 4 ਬੰਦਿਆਂ ਨੂੰ ਪੁਲਿਸ ਚੁੱਕ ਕੇ ਲਗਈ ਤੇ ਭਾਈ ਅਮਰੀਕ ਸਿੰਘ ਨੇ ਫੋਨ ਕੀਤਾ ਵੀ ਗੁਰਮੁਖੋ ਇਹਨਾਂ ਦਾ ਕੋਈ ਗੁਨਾਹ ਨਹੀਂ, ਇਹਨਾਂ ਨੂੰ ਵਾਪਸ ਭੇਜ ਦਿਓ, ਤੇ ਜੇ ਨਹੀਂ ਤੇ ਸੌਦਾ ਮਹਿੰਗਾ ਪਏਗਾ। ਔਰ ਉਹਨਾਂ ਨੇ ਉਹ ਚਾਰੇ ਦੇ ਚਾਰੇ ਬੰਦੇ ਖੇਮ ਕਰਨ ਪਹੁੰਚਾ ਦਿੱਤੇ ਤੇ ਉਹਨਾਂ ਨੇ ਫੋਨ ਕੀਤਾ ਭਾਈ ਸਾਹਿਬ ਨੂੰ ਕਿ ਅਸੀਂ ਬਿਲਕੁਲ ਠੀਕ ਠਾਕ ਪਹੁੰਚ ਗਏ। ਇਹ ਗੱਲ ਸੁਣਾਉਣ ਤੋਂ ਭਾਵ ਕਿ ਭਾਈ ਅਮਰੀਕ ਸਿੰਘ ਦਾ ਇੰਨਾ ਦਬਦਬਾ ਸੀ, ਇੰਨਾ ਪ੍ਰਭਾਵ ਸੀ ਲੋਕਾਂ ਦੇ ਉੱਪਰ। ਅੱਛਾ, ਮੈਂ ਇਹ ਪੁੱਛਣਾ ਚਾਹੁੰਦਾ ਕਿ 37 ਸਾਲ ਹੋ ਗਏ ਉਸ ਗੱਲ ਨੂੰ, ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ? 37 ਸਾਲਾਂ ਬਾਅਦ ਸਿੱਖਾਂ ਦੇ ਇੱਕ ਮੁਕੱਦਸ ਥਾਂ ਦੇ ਉੱਤੇ ਅਟੈਕ ਹੁੰਦਾ, ਕੌਣ ਜ਼ਿੰਮੇਵਾਰ ਸੀ? ਕੁਝ ਲੋਕ ਕਹਿੰਦੇ ਆ ਕਿ ਸੰਤਾਂ ਨੂੰ ਬਾਹਰ ਆ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕਿਰਾਏ ਰੱਖਦੇ ਨੇ, ਕਹਿੰਦੇ ਉੱਥੇ ਗੱਲ ਵੀ ਹੋਈ ਸੀ 5 ਪਿਆਰੇ, ਉਹਨਾਂ ਨੂੰ ਹੁਕਮ ਵੀ ਦੇਣਾ ਚਾਹੁੰਦੇ ਸੀ
ਪਰ ਉਹਨਾਂ ਨੇ ਪਹਿਲਾਂ ਹੀ ਰੋਕਤਾ ਕਿ ਨਹੀਂ, ਮੈਨੂੰ ਇਸ ਤਰ੍ਹਾਂ ਦਾ ਹੁਕਮ ਨਾ ਦਿਓ। ਤੁਹਾਨੂੰ ਕੀ ਲੱਗਦਾ? ਜਿਹੜੀ ਇਹ ਗੱਲ ਕਹਿੰਦੇ ਆ ਨੇ ਵੀ ਅਕਾਲ ਤਖਤ ਨਹੀਂ ਸੀ ਆਉਣਾ ਚਾਹੀਦਾ, ਇਹ ਤਾਂ ਸਰਸਰੀ ਗਲਤ ਹੈ। ਦਮਦਮੀ ਟਕਸਾਲ ਸ਼ੁਰੂ ਤੋਂ ਲੈ ਕਰਕੇ ਇਸ ਅਕਾਲ ਤਖਤ ਤੇ ਕੁਰਬਾਨੀਆਂ ਕਰਦੇ ਰਹੀ। ਮੈਂ ਤੁਹਾਡੀ ਗਿਆਤ ਲਈ ਬੇਨਤੀ ਕਰਾਂ, ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਨੇ ਇਸ ਹਰਿਮੰਦਰ ਸਾਹਿਬ ਵਿੱਚ ਆਣ ਕੇ ਸੀਸ ਭੇਟ ਕੀਤਾ। ਦਮਦਮੀ ਟਕਸਾਲ ਦੇ ਦੂਜੇ ਜਥੇਦਾਰ ਸਾਡੇ ਪਿੰਡ ਭੂਰੇ ਕੋਹਨੇ ਤੋਂ, ਉਹਨਾਂ ਦਾ ਨਗਰ ਕੇਵਲ ਤੇ ਕੇਵਲ 6-7 ਮੀਲ ਹੈ। ਖੇਮਕਰਨ ਬਾਰਡਰ ਤੇ ਆਪਣਾ ਨਗਰ ਆਉਂਦਾ ਭਾਰਤ ਦਾ। ਉਹਦੇ ਤੋਂ ਅੱਗੇ ਜਾ ਕੇ ਲੀਲ ਪਿੰਡ ਆਉਂਦਾ ਹੈ। ਉਸ ਲੀਲ ਪਿੰਡ ਦੇ ਜੰਮਪਲ ਸਨ ਬਾਬਾ ਗੁਰਬਖਸ਼ ਸਿੰਘ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਹੈ, ਉਦੋਂ ਉਹ ਬਾਬਾ ਗੁਰਬਖਸ਼ ਸਿੰਘ ਦਮਦਮੀ ਟਕਸਾਲ ਦੇ ਦੂਜੇ ਜਥੇਦਾਰ ਜੇ ਉਥੇ ਅਕਾਲ ਤਖਤ ਸ਼ਹੀਦ ਹੁੰਦੇ ਨੇ ਤੇ ਬਾਬਾ ਜਰਨੈਲ ਸਿੰਘ ਕੀ ਗਲਤ ਕਰ ਰਹੇ ਨੇ? ਗੁਰੂ ਕਾ ਸਿੱਖ ਇਹ ਤਾਂ ਅਰਦਾਸ ਕਰਦਾ, ਮੋਏ ਮਰਨੇ ਕਾ ਚਾਓ ਹੈ, ਮਰੂੰ ਧਰ ਕੇ द्वार, ਮਾਤਰ पूछे ਕੌਣ ਹੈ, ਪਰ ਹਮਾਰੇ ਬਾਤ। ਹਾਂ, ਗੁਰੂ ਦਰਬਾਰ ਵਿੱਚ ਜਾ ਕੇ ਮਨਮਤ ਕਰਨੀ, ਆਪਣੀਆਂ ਮਨਮਾਨੀਆਂ ਕਰਨੀਆਂ, ਇਹ ਗਲਤ ਹੈ। ਇਸ ਕਰਕੇ ਜੇ ਉਹ ਸ਼ਹੀਦ ਹੋਏ ਤੇ ਉਹ ਉਸ ਥਾਂ ਤੇ ਉਹਨਾਂ ਨੇ ਕੋਈ ਮਨਮਤ ਨਹੀਂ ਕੀਤੀ। ਦਰਅਸਲ ਸਰਕਾਰ ਦੀ ਨੀਤ ਮਾੜੀ ਸੀ। ਜ਼ਿੰਮੇਵਾਰ ਤੁਸੀਂ ਕੀ ਦੇਖਦੇ ਹੋਗੇ ਕਿ ਬਾਅਦ ਚੋਂ ਵੀ ਮੂਵਮੈਂਟ ਚੱਲੀ, ਬਹੁਤ ਸਾਰਾ ਕੁਝ ਹੋਇਆ, ਬਹੁਤ ਸਾਰੇ ਲੋਕ ਮਾਰੇ ਗਏ, ਹਰਮੰਦਰ ਸੰਧੂ ਹੋਰ ਕਿੰਨੀ, ਤੁਹਾਨੂੰ ਕੀ ਲੱਗਦਾ? ਸਾਡੇ ਧਰਮ ਦਾ ਜਿਹੜਾ ਮੁੱਖ ਸਿਧਾਂਤ ਆ ਉਹ ਹੈ ਆਪਣੇ ਆਪ ਦਾ ਤਿਆਗ ਕਰਕੇ ਦੂਜੇ ਦਾ ਭਲਾ ਕਰਨਾ। ਆਪਣਾ ਵਿਗਾੜ ਬਰਾਨਾ ਸਾਂਢੇ, ਆਪਣਾ ਵਿਗਾੜ ਕੇ ਦੂਜਿਆਂ ਦਾ ਸਵਾਰਨਾ। ਜਦੋਂ ਖੁਦਗਰਜੀ ਆ ਜਾਏ ਉਦੋਂ ਗੱਲ ਵਿਗੜ ਜਾਂਦੀ ਹੈ। ਨਾ ਲੈਣਾ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਕਿ ਮੈਂ ਧਾਰਮਿਕ ਬੰਦਾ, ਮੈਂ ਧਰਮ ਦੀ ਵਿੱਚ ਡਹਿ ਗੱਲ ਕਰਨੀ ਹੈ। ਖੁਦਗਰਜੀ ਦੇ ਨਾਲ ਸਭ ਕੁਝ ਘੜਿਆ। ਉਸ ਮੌਕੇ ਵੀ ਗੱਲ ਬਣ ਸਕਦੀ ਸੀ। ਜਿਹੜੇ ਹੱਥ ਖੜੇ ਕਰਕੇ ਨਿਕਲ ਗਏ, ਅਗਰ ਉਹ ਨਾ ਨਿਕਲਦੇ ਤੇ ਸ਼ਾਇਦ ਇਹ ਗੱਲ ਨਾ ਬਣਦੀ। ਜਿਹੜੇ ਹੱਥ ਖੜੇ ਕਰਕੇ ਨਿਕਲ ਗਏ ਨਾ ਸਾਡੇ ਉਸ ਮੌਕੇ ਲੀਡਰ, ਉਹਨਾਂ ਦੇ ਕਰਕੇ ਸ਼ਾਇਦ ਸਰਕਾਰ ਇੰਨੀ ਵਧੀ ਨਹੀਂ ਤੇ ਸ਼ਾਇਦ ਹੋ ਸਕਦਾ, ਮੈਂ ਲਫ਼ਜ਼ ਸ਼ਾਇਦ ਕਿਹਾ। ਇਸ ਕਰਕੇ ਉਹਨਾਂ ਨੇ ਸਾਡਾ ਵੀਕ ਪੁਆਇੰਟ ਵੇਖਿਆ ਤੇ ਸਾਨੂੰ ਉਹਨਾਂ ਨੇ ਜਲੀਲ ਕੀਤਾ ਤੇ ਜਲੀਲ ਕਰ ਰਹੇ ਨੇ। ਕੌਣ ਸੀ ਹੱਥ ਖੜੇ ਕਰਨ ਵਾਲੇ? ਲੌਂਗੋਵਾਲ ਸਾਹਿਬ, ਮੈਂ ਡਿਸਕਸ ਡਰਦਾ ਨਹੀਂ, ਉਹ ਖੜੇ ਕਰਕੇ ਨਿਕਲੇ ਨੇ ਜਿਹੜੇ ਵੀ ਸਨ। ਹੋਰ ਕੌਣ ਸੀ? ਹੋਰ ਮੈਨੂੰ ਟੋੜਾ ਸਾਹਿਬ ਨੂੰ ਕਹਿ ਲਓ, ਮੇਰੇ ਨਾਲ ਤੇ ਜਿਹੜੇ ਵੀ ਸਨ ਉਸ ਮੌਕੇ। ਨਾ ਲੈਣਾ ਤੇ ਤੁਸੀਂ ਮੈਂ ਕਹਾਈ ਜਾਂਦੇ ਤੇ ਮੈਂ ਕਹਿ ਦਿੱਤੇ ਨੇ। ਜੇ ਨਾ ਹੱਥ ਖੜੇ ਕਰਦੇ ਤਾਂ ਸ਼ਾਇਦ ਇਹ ਹਾਲ ਨਾ ਹੁੰਦਾ ਤੇ ਸ਼ਾਇਦ ਉਹ ਇੰਨੀ ਦਲੇਰੀ ਨਾ ਕਰਦੇ। ਸ਼ਾਇਦ ਮੈਂ ਲਫ਼ਜ਼ ਨਾਲ ਸ਼ਾਇਦ ਕਹਿ ਰਿਹਾ। ਬਾਕੀ ਉਹਨਾਂ ਦੀ ਨੀਤ ਸੀ, ਉਹਨੂੰ ਜਿਹੜੇ ਟੈਂਕ ਲੈ ਕੇ ਉਹਨਾਂ ਲਿਹਾਜ਼ ਤੱਕ ਭਾਈ ਸਾਹਿਬ ਕਰਨਾ ਨਹੀਂ। ਜਿਹੜੇ ਟੈਂਕ ਲੈ ਕੇ ਆਏ ਨਾ ਉਹਨਾਂ ਨੇ ਸਭ ਕੁਝ ਕਰਨਾ ਸੀ। ਪਰ ਜਿਹੜੀ ਕਿ ਸਾਡੇ ਨਾਲ ਬਾਅਦ ਵਿੱਚ ਸਾਡੇ ਨਾਲ ਧੱਕੇ ਧੋੜੇ ਹੋਏ ਆ, ਸ਼ਾਇਦ ਇਸ ਕਰਕੇ ਉਹਨਾਂ ਨੇ ਵੇਖਿਆ ਕਿਉਂਕਿ ਡਿਵਾਈਡ। ਮੈਨੂੰ ਲੱਗਦਾ ਕਿ ਆਪਣਿਆਂ ਕਰਕੇ ਵੀ ਹੋਇਆ ਇਹ। ਉਹਨਾਂ ਨੇ ਤਾਂ ਚਲੋ ਵੀ ਜਿਹੜੇ ਅੰਦਰ ਇਹ ਤਾਂ ਹੈ ਵੀ ਜਦੋਂ ਆਪਣਾ ਘਰ ਦਾ ਭੇਤੀ ਲੰਕਾ ਵੇਲੇ ਵੀ ਬੰਦਾ ਕਮਜ਼ੋਰ ਨੇ, ਆਪਣੇ ਬੰਦੇ ਪੜ੍ਹਨ ਕਦੋਂ ਵੀ ਕੌਮ ਮਰੀ। ਅਸੀਂ ਪਹਾੜਾ ਸਿੰਘ ਨੂੰ ਪੜ੍ਹਦੇ ਹਾਂ। ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਸਿੰਘਾਂ ਨਾਲ ਸੀ, ਉਸਦੀ ਗੈਰ ਸਾਲੀ ਟੁੰਡੇ ਰਾਜ ਦਾ ਭਰਕ ਜਾ ਮਿਲਿਆ। ਗੱਲ ਜਾਇਦ ਸੀ ਸਾਰੀ ਭੇਜ ਵਾਲੀ। ਪਹਾੜਾ ਸਿੰਘ ਸਾਡੇ ਵਿੱਚੋਂ ਸੀ ਨਾ। ਜੇ ਸ਼ਾਮ ਸਿੰਘ ਅਟਾਰੀ ਵਾਲਾ ਪਾਲਿਸੀ ਉਹਦੀ ਹੁੰਦੀ ਤੇ ਸ਼ਾਇਦ ਅਸੀਂ ਗੁਲਾਮ ਨਾ ਹੁੰਦੇ। ਪਹਾੜਾ ਸਿੰਘ ਨੂੰ ਅੱਜ ਵੀ ਅਸੀਂ ਲਾਹਨਤਾਂ ਪਾਉਂਦੇ ਹਾਂ। ਇਸ ਪ੍ਰਕਾਰ ਨਾਵਾਂ ਦੀ ਗਿਣਤੀ ਕਰਨਾ ਤਾਂ ਹੋ ਸਕਦਾ ਐਲੀਗੇਸ਼ਨ ਹੋਵੇ ਕਿਸੇ ਤੇ, ਗੁਰੂ ਕਿਰਪਾ ਕਰਕੇ ਬਜਾਈ ਰੱਖੇ। ਸਾਡੇ 'ਚ ਇੱਕ ਸਭ ਤੋਂ ਵੱਡੀ ਜੋ ਮੈਂ ਮਹਿਸੂਸ ਕਰਦਾ ਉਹ ਹੈ ਆਪਣਾ ਤਿਆਗ। ਅਸੀਂ ਆਪਣੀ ਖੁਦਗਰਜੀ ਨਾਲ ਸੈਲਫਿਸ਼ਨੈਸ ਵਿੱਚ ਬੱਝੇ ਹੋਏ ਹਾਂ। ਸਿੱਖ ਸੈਲਫਿਸ਼ ਨਹੀਂ, ਸਿਰਫ ਦੂਜੇ ਦੇ ਪਰਉਪਕਾਰ ਕਰਦਾ ਸੀ। ਪੁਰਾਣਾ ਇਤਿਹਾਸ ਪੜ੍ਹੀਏ, ਸਾਡੇ ਬਜ਼ੁਰਗਾਂ ਨੇ ਅਹਿਮਦ ਸ਼ਾਹ ਅਬਦਾਲੀ ਕੋਲੋਂ ਬੀਬੀਆਂ ਨੂੰ ਛੁਡਾ ਕੇ ਲਿਆਂਦਾ। ਅਸੀਂ ਅਕਾਲ ਤਖਤ ਸਾਹਿਬ ਅਰਦਾਸ ਹੁੰਦੀ ਵੇਖੀ ਤੇ ਕਸੂਰ ਚੋਂ ਬ੍ਰਾਹਮਣੀ ਬੀਬੀ ਨੂੰ ਛੁਡਾ ਕੇ ਲਿਆਂਦਾ। ਇਹ ਸਾਡਾ ਧਰਮ ਸੀ, ਇਹ ਸਾਡਾ ਫਰਜ਼ ਸਨ। ਅਸੀਂ ਉਹਨਾਂ ਤੋਂ ਢਿੱਲੇ ਹੋ ਗਏ ਹਾਂ। ਜੇ ਮੈਨੂੰ ਤੁਸੀਂ ਪੁੱਛੋ, ਬਾਕੀ ਮੈਂ ਤੁਹਾਨੂੰ ਬੇਨਤੀ ਕੀਤੀ ਕਿ ਮੈਨੂੰ ਇਹਨਾਂ ਪੀੜ੍ਹੀ ਗੱਲਾਂ ਦਾ ਬੋਝ ਨਹੀਂ। ਸਾਡੇ ਵਾਸਤੇ ਇੱਕੋ ਕਿ ਅਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਅਕਾਲ ਸਾਹਿਬ ਹਰਿਮੰਦਰ ਸਾਹਿਬ ਦੇ ਨਾਲ ਜੁੜੀਏ, ਦੂਜਿਆਂ 'ਤੇ ਤੁਹਮਤਾਂ ਨਾ ਲਾਈਏ। ਅਗਰ ਅਸੀਂ ਨਾ ਲਾਉਂਦੇ ਤਾਂ ਸ਼ਾਇਦ ਸਾਡੀ ਹਾਲਤ ਨਾ ਹੁੰਦੀ। ਮੈਂ ਤਾਂ ਹੁਣ ਵੀ ਬੇਨਤੀ ਕਰਾਂਗਾ ਕਿ ਅਸੀਂ ਕੇਵਲ ਤੇ ਕੇਵਲ ਅਕਾਲ ਤਖਤ ਨੂੰ ਸਮਰਪਿਤ ਹੋਈਏ, ਹਰਿਮੰਦਰ ਸਾਹਿਬ ਨੂੰ ਸਮਰਪਿਤ ਹੋਈਏ। ਜਿਹੜੀ ਸਾਡੀ ਸਿੱਖ ਰਹਿਤ ਮਰਜ਼ਾਦਾ ਉਹਦੇ ਤਾਂ ਪ੍ਰਪੱਕ ਹੋ ਕਰਕੇ ਤੇ ਇਹ ਸਿਧਾਂਤ ਨੂੰ ਅਪਣਾਈਏ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਅਸੀਂ ਦੂਜਿਆਂ ਨੂੰ ਬੁਰਾ ਕਹਿੰਦੇ, ਆਪ ਚੰਗੇ ਨਹੀਂ ਬਣਦੇ। ਹਾਂ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ। ਇਹ ਸਨ ਗਿਆਨੀ ਜਸਵੰਤ ਸਿੰਘ ਜੀ, ਜਿਨ੍ਹਾਂ ਨੇ ਕਿਹਾ ਕਿ ਸਾਨੂੰ ਖੁਦ ਨੂੰ ਇਹ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਘਾਟਾਂ ਕਮੀਆਂ ਇੱਧਰ ਵੀ ਸੀ, ਪਰ ਜੋ ਅਟੈਕ ਹੋਇਆ ਉਹ ਤਾਂ ਸ਼ਰਮਨਾਕ ਸੀ।
ਪਰ ਨਾਲ ਦੀ ਨਾਲ ਇਹਨਾਂ ਦਾ ਕਹਿਣਾ ਕਿ ਅੰਦਰਲੇ ਪਾਸੇ ਵੀ ਅਗਰ ਘਾਟਾਂ ਨਾ ਹੁੰਦੀਆਂ ਸ਼ਾਇਦ ਇਹ ਨਾ ਵਾਪਰਦਾ।